ਹਿੰਸਾ ਦਾ ਖੁੱਲ੍ਹਾ ਅਤੇ ਸ਼ਰਮਨਾਕ ਕਾਰਾ। ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਐਸਯੂਵੀ ਦੇ ਵਿੱਚ ਬੈਠੇ ਵਿਅਕਤੀ ਦੇ ਵੱਲੋਂ ਕਿਸਾਨਾਂ ਦੇ ਉੱਪਰ ਗੱਡੀ ਚੜਾ ਦਿੱਤੀ ਗਈ। ਕਿਸਾਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਮੰਤਰੀ ਦਾ ਮੁੰਡਾ ਹੈ, ਪਰ ਹਲੇ ਵੀ ਮੰਨਣ ਨੂੰ ਤਿਆਰ ਨਹੀਂ ਕੁਝ ਵਿਅਕਤੀ ਕਿ ਉਹ ਮੰਤਰੀ ਦਾ ਮੁੰਡਾ ਹੈ। ਠੀਕ ਹੈ, ਨਹੀਂ ਹੈ ਤਾਂ ਫਿਰ ਆਖਿਰਕਾਰ ਉਹ ਵਿਅਕਤੀ ਕੌਣ ਸੀ ਗੱਡੀ ਦੇ ਵਿੱਚੋਂ ਭੱਜਣ ਵਾਲਾ? ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਕਿਵੇਂ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਭੱਜ ਰਿਹਾ ਹੈ। ਇਨਸਾਨੀਅਤ ਉਸ ਵਿਅਕਤੀ ਦੇ ਵਿੱਚ ਬਿਲਕੁਲ ਨਹੀਂ ਹੈ, ਕਿਉਂਕਿ ਉਸੇ ਗੱਡੀ ਦੇ ਹੇਠਾਂ ਇੱਕ ਪਿਛਲੇ ਟਾਇਰ ਦੇ ਕੋਲ ਕਿਸਾਨ ਦਰੜਿਆ ਹੋਇਆ ਹੈ। ਕਿਸਾਨ ਉੱਥੇ ਤੜਪ ਰਿਹਾ ਹੈ, ਪਰ ਉਹ ਭੱਜਣ ਦੇ ਲਈ ਰਾਹ ਲੱਭ ਰਿਹਾ ਹੈ, ਕਿਉਂਕਿ ਉਹਨੂੰ ਪਤਾ ਉਸਨੇ ਕੀ ਕੀਤਾ ਹੈ। ਉਸ ਵਿਅਕਤੀ ਦੇ ਪਿੱਛੇ ਪਿੱਛੇ ਪੁਲਿਸ ਵੀ ਦੌੜਦੀ ਹੈ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਹੈ। ਕਿਸੇ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਆਖਿਰਕਾਰ ਉਹ ਵਿਅਕਤੀ ਕੌਣ ਸੀ ਤੇ ਕਿੱਥੇ ਚਲਾ ਗਿਆ, ਕਿਵੇਂ ਉਸ ਨੂੰ ਪੁਲਿਸ ਕਿਤੇ ਹੋਰ ਲੈ ਗਈ। ਇਹ ਸਾਰਾ ਮਾਮਲਾ ਇੰਨਾ ਜ਼ਿਆਦਾ ਭਖਿਆ ਹੋਇਆ ਹੈ ਤੇ ਦੂਸਰੇ ਪਾਸੇ ਜੇਕਰ ਹੁਣ ਦੇਖਿਆ ਜਾਵੇ ਤਾਂ ਵਿਰੋਧੀ ਪਾਰਟੀਆਂ ਦੇ ਵਿੱਚ ਮੌਜੂਦਾ ਵੱਡੇ ਲੀਡਰਾਂ ਨੂੰ ਵੀ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਨਹੀਂ ਕਰਨ ਦਿੱਤੀ ਜਾ ਰਹੀ। ਪ੍ਰਿਯੰਕਾ ਗਾਂਧੀ, ਜਿਨ੍ਹਾਂ ਨੂੰ ਕਿ ਤਕਰੀਬਨ 30 ਕਿਲੋਮੀਟਰ ਪਿੱਛੇ ਹੀ ਸੀਤਾਪੁਰ ਦੇ ਕੋਲ ਰੋਕ ਲਿਆ ਗਿਆ, ਹਿਰਾਸਤ ਦੇ ਵਿੱਚ ਰੱਖਿਆ ਗਿਆ ਅਤੇ ਉਹਨਾਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਸਵਾਲ ਕੀਤਾ ਜਾ ਰਿਹਾ ਹੈ। ਵੀਡੀਓ ਦੇਖੀ, ਉਹੀ ਵਾਲੀ ਵੀਡੀਓ ਪ੍ਰਿਯੰਕਾ ਗਾਂਧੀ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ, ਦਿਖਾਈ ਗਈ ਹੈ, ਦੱਸਿਆ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਵੀਡੀਓ ਦੇਖੀ ਹੈ। ਉਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਸ਼ਰਮਨਾਕ ਕਾਰਾ ਦਿਖਾਈ ਦੇ ਰਿਹਾ ਹੈ। ਦੇਖਿਆ ਜਾਵੇ ਤਾਂ ਵਿਰੋਧ ਤੋਂ ਨਹੀਂ ਡਰ ਰਹੀ ਸੱਤਾ ਪਾਰਟੀ, ਸਗੋਂ ਵਿਰੋਧ ਦੀ ਆਵਾਜ਼ ਤੋਂ ਡਰ ਰਹੀ ਹੈ। ਵਿਰੋਧੀ ਪਾਰਟੀਆਂ ਤੋਂ ਉਹਨਾਂ ਨੂੰ ਕੋਈ ਡਰ ਨਹੀਂ, ਉਹਨਾਂ ਨੂੰ ਡਰ ਹੈ ਕਿ ਸਾਡੇ ਖਿਲਾਫ ਆਵਾਜ਼ ਉੱਠ ਰਹੀ ਹੈ। ਆਪਣੇ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਕੁਚਲ ਦੇਣਾ ਚਾਹੁੰਦੀ ਹੈ ਸੱਤਾ ਦੇ ਵਿੱਚ ਬੈਠੀ ਸਰਕਾਰ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਦੋਂ ਕਿਹਾ ਗਿਆ ਕਿ ਮੈਂ ਲਖਨਊ ਦੇ ਕੋਲ ਆਣਾ ਹੈ, ਮੈਂ ਲਖੀਮਪੁਰ ਕੋਲ ਆਣਾ ਹੈ, ਤਾਂ ਉਹਨਾਂ ਨੂੰ ਉੱਥੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਛੱਤੀਸਗੜ੍ਹ ਦੇ ਸੀਐਮ ਬਘੇਲ ਦਾ ਵੀ ਇਹੀ ਕਹਿਣਾ ਸੀ ਕਿ ਮੈਂ ਉੱਥੇ ਆਣਾ ਚਾਹੁੰਦਾ ਹਾਂ, ਪਰ ਉਹਨਾਂ ਨੂੰ ਵੀ ਉੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਹੜੇ ਵਿਅਕਤੀ ਆਪਣੀ ਕੋਸ਼ਿਸ਼ਾਂ ਦੇ ਸਦਕਾ ਕਾਰਾਂ ਦੇ ਰਾਹੀਂ ਪਹੁੰਚੇ, ਹੈਲੀਕਾਪਟਰ ਦਾ ਸਹਾਰਾ ਨਹੀਂ ਲਿਆ, ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ, ਬਦਤਮੀਜ਼ੀ ਕੀਤੀ ਗਈ। ਪ੍ਰਿਯੰਕਾ ਗਾਂਧੀ ਦਾ ਨਾਮ ਇਸ ਦੇ ਵਿੱਚ ਖਾਸ ਤੌਰ ਤੇ ਇਸ ਕਰਕੇ ਲਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਉਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਅਤੇ ਉਹਨਾਂ ਨੂੰ ਤਕਰੀਬਨ 28 ਘੰਟੇ ਤੋਂ ਜ਼ਿਆਦਾ ਹਿਰਾਸਤ ਦੇ ਵਿੱਚ ਰੱਖਿਆ। ਉਹ ਕਾਗਜ਼ ਮੰਗਦੇ ਰਹੇ ਪਰ ਉਹਨਾਂ ਨੂੰ ਕਾਗਜ਼ ਤੱਕ ਨਹੀਂ ਦਿੱਤੇ ਗਏ। ਆਖਿਰਕਾਰ ਡਰ ਕਿਸ ਗੱਲ ਦਾ ਸਰਕਾਰ ਨੂੰ? ਕਿ ਹੁਣ ਅੰਦੋਲਨ ਨੂੰ ਵੀ ਬਰਦਾਸ਼ਤ ਨਹੀਂ ਕਰੇਗੀ ਸਰਕਾਰ? ਕਿ ਕੋਈ ਆਪਣੀ ਆਵਾਜ਼ ਵੀ ਨਹੀਂ ਉਠਾ ਸਕਦਾ ਜੇਕਰ ਉਸ ਨੂੰ ਕੋਈ ਦਿੱਕਤ ਆ ਰਹੀ ਹੈ ਸਰਕਾਰ ਦੇ ਕੀਤੇ ਹੋਏ ਗੈਰ ਜ਼ਰੂਰੀ ਫੈਸਲਿਆਂ ਨੂੰ ਲੈ ਕੇ? ਜਾਂ ਫਿਰ ਸਰਕਾਰ ਨੂੰ ਹੀ ਖੌਫ ਆ ਰਿਹਾ ਹੈ ਉਹਨਾਂ ਕਿਸਾਨਾਂ ਅਤੇ ਕਿਸਾਨ ਅੰਦੋਲਨ ਤੋਂ, ਜਿਸ ਕਰਕੇ ਉਹ ਇਸ ਨੂੰ ਬਦਨਾਮ ਕਰਨਾ ਚਾਹੁੰਦੇ ਨੇ, ਕੁਚਲ ਦੇਣਾ ਚਾਹੁੰਦੇ ਨੇ ਕਿਸੇ ਵੀ ਹਾਲ ਦੇ ਵਿੱਚ? ਕਿਸਾਨ ਅੰਦੋਲਨ ਦਾ ਡਰ ਹੈ ਜਾਂ ਫਿਰ ਕੋਈ ਮਾਇਨੇ ਹੀ ਨਹੀਂ ਰੱਖਦੀ ਯੂਪੀ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਕਾਨੂੰਨ, ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦੀ ਉਹ ਪਰਵਾਹ ਨਹੀਂ ਕਰਦੇ, ਇਸ ਕਰਕੇ ਉੱਥੇ ਅਜਿਹੀਆਂ ਹਰਕਤਾਂ ਹੋ ਰਹੀਆਂ। ਜਦੋਂ ਇਹ ਸਾਰੀ ਘਟਨਾ ਵਾਪਰੀ ਹੈ ਤਾਂ ਇਸ ਤੋਂ ਬਾਅਦ ਹਾਥਰਸ ਵਾਲਾ ਸਮਾਂ ਵੀ ਯਾਦ ਆਉਂਦਾ ਹੈ ਜਦੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਉੱਥੇ ਗਏ ਸਨ। ਡੈਰੇਕ ਓਬਰਾਇਨ ਵੀ ਉੱਥੇ ਗਏ ਸਨ ਤੇ ਉਹਨਾਂ ਨੂੰ ਧੱਕਾ ਦੇ ਕੇ ਨੀਚੇ ਗਿਰ ਦਿੱਤਾ ਗਿਆ ਸੀ। ਇਸ ਵਾਰ ਵੀ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਇੱਕ ਸ਼ਰਮਨਾਕ ਨਜ਼ਾਰਾ, ਸ਼ਰਮਨਾਕ ਕਾਰਾ ਕਹਿ ਸਕਦੇ ਹਾਂ ਇਸ ਨੂੰ ਪੁਲਿਸ ਦਾ, ਜਿਸ ਦੇ ਵਿੱਚ ਵਿਰੋਧੀ ਪਾਰਟੀਆਂ ਵਾਲਿਆਂ ਨੂੰ ਪਿੱਛੇ ਹੀ ਰੋਕ ਦਿੱਤਾ ਗਿਆ ਅਤੇ ਜਿਹੜੇ ਅੱਗੇ ਜਾਣ ਦੀ ਕੋਸ਼ਿਸ਼ ਦੇ ਵਿੱਚ ਸਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਖੁਦ ਹਿਰਾਸਤ ਦੇ ਵਿੱਚ ਨੇ। ਇਸ ਮਾਮਲੇ ਦੇ ਵਿੱਚ FIR ਜ਼ਰੂਰ ਹੋ ਚੁੱਕੀ ਹੈ। 45 ਲੱਖ ਦੇਣ ਦਾ ਵਾਅਦਾ ਕੀਤਾ ਗਿਆ, ਸਰਕਾਰੀ ਨੌਕਰੀ ਦੇਣ ਦੀ ਵਾਅਦਾ ਕੀਤੀ ਗਈ ਤੇ ਜ਼ਖਮੀਆਂ ਨੂੰ ਵੀ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ। ਪਰ ਕੀ ਤੁਹਾਨੂੰ ਪਤਾ ਹੈ ਕਿ ਉਹਨਾਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਕੀ ਕਹਿਣਾ ਹੈ? ਉਹਨਾਂ ਕਿਸਾਨ ਪਰਿਵਾਰਾਂ ਦਾ ਕੀ ਕਹਿਣਾ ਹੈ ਜਿਨ੍ਹਾਂ ਦੇ ਜੀ ਘਰ ਦੇ ਵਿੱਚੋਂ ਚਲੇ ਗਏ? ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਪੈਸੇ ਨਹੀਂ ਚਾਹੀਦੇ, ਸਾਨੂੰ ਸਰਕਾਰੀ ਨੌਕਰੀ ਦੀ ਕੋਈ ਝਾਕ ਨਹੀਂ ਹੈ, ਸਾਨੂੰ ਜੇ ਚਾਹੀਦਾ ਹੈ ਤਾਂ ਸਿਰਫ ਇਨਸਾਫ। ਇੱਕ ਬਹੁਤ ਹੀ ਛੋਟਾ ਨੌਜਵਾਨ, ਤਕਰੀਬਨ 19 ਸਾਲ ਦਾ ਨੌਜਵਾਨ ਜਿਸ ਦੀ ਇਸੇ ਦੌਰਾਨ ਮੌਤ ਹੋਈ ਸੀ, ਉਸ ਦੀ ਭੈਣ ਦਾ ਇਹ ਬਿਆਨ ਖੁਦ ਸਾਹਮਣੇ ਆਇਆ ਕਿ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ, ਮੈਨੂੰ ਅਤੇ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ। 1999 ਜਨਵਰੀ ਦੇ ਵਿੱਚ ਹੋਏ ਦਿੱਲੀ ਲੋਧੀ ਨਗਰ ਦੇ ਵਿੱਚ BMW ਕਾਂਡ ਵੀ ਤੁਹਾਨੂੰ ਜ਼ਰੂਰ ਯਾਦ ਆ ਰਿਹਾ ਹੋਣਾ, ਜਿੱਥੇ ਕਿ ਇੱਕ BMW ਕਾਰ ਦੇ ਵੱਲੋਂ 6 ਲੋਕਾਂ ਦੀ ਜਾਨ ਲੈ ਲਈ ਗਈ ਸੀ, ਜਿਸ ਦੇ ਵਿੱਚ 3 ਪੁਲਿਸ ਵਾਲੇ ਸਨ ਅਤੇ 3 ਹੋਰ ਆਮ ਵਿਅਕਤੀ ਸਨ। ਕੌਣ ਸੀ ਉਹ BMW ਦਾ ਮਾਲਿਕ? ਆਮ ਡੀਲਰ ਦਾ ਬੇਟਾ, ਆਮ ਡੀਲਰ। ਉਸ ਤੋਂ ਬਾਅਦ 5 ਸਾਲ ਦੀ ਸਜ਼ਾ ਹੋਈ, ਪਰ ਉਹ 2.5 ਸਾਲ ਦੇ ਬਾਅਦ ਬਾਹਰ ਆ ਗਿਆ ਤੇ ਉਸ ਨੂੰ ਕਿਹਾ ਗਿਆ ਕਿ ਤੁਸੀਂ ਚੰਗੇ ਕੰਮ ਕਰੋਗੇ, ਮੁਆਵਜ਼ਾ ਦੋਗੇ। ਪਰ ਇਸ ਕੇਸ ਨੂੰ ਲੈ ਕੇ ਵੀ ਕਈ ਲੋਕਾਂ ਨੇ ਕਈ ਤਰ੍ਹਾਂ ਦੇ ਗੰਭੀਰ ਸਵਾਲ ਖੜੇ ਕੀਤੇ ਸਨ। ਉੱਚਾ ਬੰਦਾ ਸੀ, ਉੱਚਾ ਵਿਅਕਤੀ ਸੀ, ਆਰਮਸ ਦੇ ਨਾਲ ਸੰਬੰਧਿਤ ਉਸਦਾ ਕਾਰੋਬਾਰ ਸੀ, ਤਾਂ ਜ਼ਾਹਿਰ ਹੈ ਕਿ ਉਸਦੇ ਸੰਬੰਧ ਵੀ ਉੱਚੇ ਲੋਕਾਂ ਦੇ ਨਾਲ ਹੋਣਗੇ। ਤਾਂ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਉੱਥੇ ਮੌਜੂਦ ਹੀ ਨਹੀਂ ਸੀ ਤੇ ਉਹ ਅਜਿਹਾ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਇੱਕ ਵਾਰ ਇਸ ਤੇ ਸੋਚਣ ਦੀ
ਕੋਸ਼ਿਸ਼ ਕੀਤੀ। ਦਰਅਸਲ ਅਗਲੇ ਸਾਲ ਵੋਟਾਂ ਹੋਣੀਆਂ ਨੇ यूपी ਦੇ ਵਿੱਚ ਤੇ ਉੱਥੋਂ ਹੀ ਵੋਟਾਂ ਦੇ ਲਈ MLA ਦੇ ਤੌਰ ਤੇ ਖੜੇ ਹੋਣਾ ਸੀ ਅਜੇ ਮਿਸ਼ਰਾ ਦੇ ਮੁੰਡੇ ਨੇ। ਇਸ ਕਰਕੇ ਸਾਰੀ ਦੇਖ ਰੇਖ ਉਹੀ ਦੇਖ ਰਹੇ ਸਨ। ਜਦੋਂ ਇੱਕ ਟੂਰਨਾਮੈਂਟ ਹੋਣਾ ਸੀ, ਇੱਥੇ ਰੈਸਲਿੰਗ ਟੂਰਨਾਮੈਂਟ ਹੋਣਾ ਸੀ, ਤਾਂ ਉੱਥੇ ਦੇ ਡਿਪਟੀ CM ਵੀ ਪਹੁੰਚੇ ਹੋਏ ਸਨ। ਇਹਨਾਂ ਦੇ ਪਿਤਾ ਜੀ ਨੇ ਖੁਦ ਇੱਥੇ ਆਣਾ ਸੀ ਅਜੇ ਮਿਸ਼ਰਾ ਨੇ। ਪ੍ਰੋਗਰਾਮ ਰੱਦ ਹੋ ਗਿਆ ਕਿਸਾਨ ਪ੍ਰਦਰਸ਼ਨ ਕਰਕੇ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਅਜੇ ਮਿਸ਼ਰਾ ਦੇ ਮੁੰਡੇ ਦੇ ਵੱਲੋਂ ਗੱਡੀ ਚੜਾ ਦਿੱਤੀ ਗਈ ਕਿਸਾਨਾਂ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਏ। ਕਿ ਇਹ ਨਹੀਂ ਹੋ ਸਕਦਾ। ਤਿੰਨ ਗੱਲਾਂ ਖੁੱਲੇ ਤੌਰ ਤੇ ਸਾਹਮਣੇ ਆ ਰਹੀਆਂ ਨੇ। ਪਹਿਲੀ ਇਹ ਕਹੀ ਗਈ ਕਿ ਕਿਸਾਨਾਂ ਦੇ ਜਿਹੜਾ ਪ੍ਰਦਰਸ਼ਨ ਹੋ ਰਿਹਾ ਸੀ ਉਸ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ, ਪਤਾ ਨਹੀਂ ਕਿਸ ਦੀ ਇਜਾਜ਼ਤ ਤੋਂ। ਹਾਲਾਂਕਿ ਇਹ ਵੀਡੀਓ ਹਲੇ ਤੱਕ ਸਾਹਮਣੇ ਨਹੀਂ ਆਈ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਗੋਲੀ ਚਲਾਈ ਗਈ, ਜਿਸ ਤੋਂ ਬਾਅਦ ਕਿਸਾਨ ਗੁੱਸੇ ਦੇ ਵਿੱਚ ਆਇਆ ਤੇ ਸਾਰਾ ਹੰਗਾਮਾ ਹੋਇਆ। ਦੂਸਰੀ ਵੀਡੀਓ ਦੇ ਵਿੱਚ, ਦੂਸਰੀ ਗੱਲਬਾਤ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇੱਥੇ ਪੱਥਰਬਾਜ਼ੀ ਕੀਤੀ ਜਾ ਰਹੀ ਸੀ ਕਿਸਾਨਾਂ ਦੇ ਵੱਲੋਂ ਅਤੇ ਉਸ ਤੋਂ ਬਾਅਦ ਗੱਡੀ ਬੇਕਾਬੂ ਹੋ ਗਈ ਅਤੇ ਭੀੜ ਦੇ ਉੱਪਰ ਚੜ ਗਈ। ਤੀਸਰੀ ਇਹ ਗੱਲ ਸਾਹਮਣੇ ਆਈ ਕਿ ਕਿਸਾਨਾਂ ਦੇ ਕੋਲ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ ਉੱਥੇ ਮੰਤਰੀ ਸਾਹਿਬ ਦਾ ਮੁੰਡਾ ਮੌਜੂਦ ਹੀ ਨਹੀਂ ਸੀ। ਤਾਂ ਇਸ ਦੌਰਾਨ 8 ਵਿਅਕਤੀਆਂ ਦੀ ਜਾਨ ਗਈ, ਜਿਨ੍ਹਾਂ ਦੇ ਵਿੱਚੋਂ 4 ਕਿਸਾਨ ਸਨ। ਹਿੰਸਾ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ, ਜਾਂ ਫਿਰ ਮੌਬ ਲਿੰਚਿੰਗ ਦੇ ਤੌਰ ਤੇ ਹੋਵੇ, ਜਾਂ ਫਿਰ ਕਿਸੇ ਨੂੰ ਕੁਚਲ ਦਿੱਤਾ ਜਾਣਾ ਹੋਵੇ, ਆਖਿਰਕਾਰ ਮਰ ਤਾਂ ਮਨੁੱਖ ਹੀ ਰਹੇ ਨੇ। ਇਸ ਕਰਕੇ ਕਿਸੇ ਵੀ ਹਿੰਸਾ ਦੇ ਨਾਲ ਅਸੀਂ ਨਹੀਂ ਖੜੇ ਹਾਂ। ਪਰ ਇਹ ਜ਼ਰੂਰ ਹੈ ਕਿ ਜੇਕਰ ਕਿਸੇ ਨਾਲ ਵਧੀਕੀ ਹੋ ਰਹੀ ਹੈ, ਕੋਈ ਜਾਣ ਬੁੱਝ ਕੇ ਗੁੰਡਾ ਰਾਜ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਸ ਤੇ ਨਕੇਲ ਕੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਰਕਾਰ ਨੂੰ ਆਵਾਜ਼ ਸੁਣਾਉਣ ਨਿਕਲੇ ਸੀ ਕਿਸਾਨ ਤੇ ਉਹਨਾਂ ਨੂੰ ਆਵਾਜ਼ ਸਮੇਤ ਦਬਾ ਦਿੱਤਾ ਗਿਆ, ਕੁਚਲ ਦਿੱਤਾ ਗਿਆ। ਪੂਰੇ ਦਾ ਪੂਰਾ ਪਰਿਵਾਰ ਨੂੰ ਇਸ ਸਦਮੇ ਦੇ ਵਿੱਚ ਝੋਂਕ ਦਿੱਤਾ ਗਿਆ। ਅਜੇ ਮਿਸ਼ਰਾ ਟੇਨੀ ਦੇ ਬੇਟੇ ਦਾ ਇਹ ਕਾਰਨਾਮਾ ਕਿਸਾਨਾਂ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਸ਼ੀਸ਼ ਮਿਸ਼ਰਾ ਟੇਨੀ ਨੇ ਹੀ ਗੱਡੀ ਚਲਾਈ ਅਤੇ ਕਿਸਾਨਾਂ ਨੂੰ ਮਾਰ ਦਿੱਤਾ। ਪ੍ਰਦਰਸ਼ਨ ਖਤਮ ਕਰਕੇ ਵਾਪਸ ਜਾ ਰਹੇ ਨਿਹੱਤੇ ਕਿਸਾਨਾਂ ਨੂੰ ਕੁਚਲ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਵੀਡੀਓ ਇੱਕ ਤੌਰ ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਬੂਤ ਹੈ ਕਿ ਬੀਜੇਪੀ ਦਾ ਗੁੰਡਾ ਗੱਡੀ ਚੋਂ ਉਤਰਦਾ ਹੈ ਤੇ ਭੱਜਦਾ ਨਜ਼ਰ ਆਉਂਦਾ ਹੈ। ਟਾਇਰਾਂ ਦੇ ਨੀਚੇ ਲਤਾੜੇ ਗਏ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਦੋਲਨ ਨੂੰ ਫੇਲ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਕਿਸਾਨ ਤੜਪ ਰਿਹਾ ਸੀ ਤੇ ਗੁੰਡਾ ਡਰਾਈਵਰ ਭੱਜ ਰਿਹਾ ਸੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਬੀਜੇਪੀ ਪਾਰਟੀ ਦੀ ਖੁਦ ਦੀ ਜ਼ਰੂਰ ਨੀਂਦ ਹਰਾਮ ਹੋ ਗਈ ਹੋਣੀ ਹੈ, ਕਿਉਂਕਿ ਜਿਹੜੇ ਗ੍ਰਹਿ ਰਾਜ ਮੰਤਰੀ ਨੇ ਉਹ ਕੁਝ ਹੋਰ ਕਹਿੰਦੇ ਨੇ ਤੇ ਦੂਸਰੇ ਪਾਸੇ CM ਯੋਗੀ ਦੇ ਵੱਲੋਂ ਸਹੀ ਸਮੇਂ ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ, ਪਰਚਾ ਦਰਜ ਕਰ ਦਿੱਤਾ ਗਿਆ, ਮੁਆਵਜ਼ੇ ਦਾ ਐਲਾਨ ਵੀ ਕਰ ਦਿੱਤਾ ਗਿਆ। ਪਰ ਇਸ ਸਾਰੇ ਮਾਹੌਲ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਕਿੱਥੇ ਨੇ? ਕਿੱਥੇ ਸੀ? ਅੱਜ ਕਿੱਥੇ ਨੇ ਉਹ? ਲਖਨਊ ਦੇ ਵਿੱਚ ਅੰਮ੍ਰਿਤ ਮਹਾ ਉਤਸਵ ਮਨਾ ਰਹੇ ਨੇ। ਉੱਥੇ ਹੀ CM ਯੋਗੀ ਵੀ ਮੌਜੂਦ ਨੇ। ਇਹ ਫੋਟੋਆਂ ਤੁਸੀਂ ਅੱਜ ਦੀਆਂ ਦੇਖ ਹੀ ਲਈਆਂ ਹੋਣੀਆਂ ਨੇ। ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਚਾਹੁੰਦੇ ਤਾਂ ਉਹ ਲਖਨਊ ਤੋਂ ਥੋੜਾ ਹੋਰ ਅੱਗੇ ਆ ਸਕਦੇ ਸੀ, ਤਾਂ ਕਿ ਉਹਨਾਂ ਪਰਿਵਾਰਾਂ ਦੇ ਨਾਲ ਸਹਾਨੁਭੂਤੀ ਜਤਾ ਸਕਦੇ, ਤਾਂ ਕਿ ਉਹਨਾਂ ਨੂੰ ਹੌਸਲਾ ਦੇ ਸਕਦੇ, ਹਿੰਮਤ ਦੇ ਸਕਦੇ ਕਿ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ। ਜਾਂ ਫਿਰ ਉਹਨਾਂ ਨੂੰ ਵੀ UP ਸਰਕਾਰ ਦੇ ਵੱਲੋਂ, UP ਪ੍ਰਸ਼ਾਸਨ ਅਤੇ UP ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਸੀ। ਆ ਸਕਦੇ ਸੀ ਉਹ, ਪਰ ਉਹ ਨਹੀਂ ਆਏ। ਤੇ ਲਖਨਊ ਤੋਂ ਥੋੜੀ ਹੀ ਦੂਰ ਹੈ ਲਖੀਮਪੁਰ, ਪਰ ਉਹ ਨਹੀਂ ਪਹੁੰਚੇ। ਜ਼ਰੂਰੀ ਨਹੀਂ ਸਮਝਿਆ ਹੋਣਾ। ਤਾਂ ਹਿੰਸਕ ਵਰਤਾਰੇ ਆਪ ਕਰਕੇ ਬਾਅਦ ਦੇ ਵਿੱਚ ਕਹਿਣਾ ਕਿ ਕਿਸਾਨ ਗਲਤ ਨੇ, ਕਿਸਾਨਾਂ ਨੂੰ ਅੱਤਵਾਦੀ ਕਹਿਣਾ ਕਿ ਇਹ ਕਿਸੇ ਪਾਰਟੀ ਦੇ ਮੈਂਬਰ ਬੈਠੇ ਨੇ, ਕਹਿਣਾ ਕਿ ਇਹਨਾਂ ਦਾ ਕੋਈ ਦੁੱਖ ਪਰੇਸ਼ਾਨੀ ਹੀ ਨਹੀਂ ਹੈ, ਇਹ ਪਿਕਨਿਕਾਂ ਮਨਾ ਰਹੇ ਨੇ। ਅਜਿਹੀਆਂ ਸਾਰੀਆਂ ਗੱਲਾਂ ਤੇ ਖਬਰਾਂ ਫੈਲਾਉਣ ਵਾਲੇ ਉਹ ਮੀਡੀਆ ਵਾਲੇ ਅੱਜ ਕਿੱਥੇ ਨੇ? ਕੀ ਹੁਣ ਉਹਨਾਂ ਦੇ ਮੂੰਹ ਦੇ ਵਿੱਚ ਦਹੀਂ ਜੰਮ ਗਿਆ, ਜਿਨ੍ਹਾਂ ਦੇ ਕੋਲ ਹੁਣ ਕੋਈ ਸ਼ਬਦ ਨਹੀਂ ਹੈ ਕਹਿਣ ਨੂੰ? ਉਹ ਸਾਰੀਆਂ ਵੀਡੀਓਜ਼ ਅਤੇ ਸਾਰੀਆਂ ਗੱਲਾਂ ਨੂੰ ਘੁਮਾ ਫਿਰਾ ਕੇ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ, ਪਰ ਸੱਚ ਕੀ ਹੈ ਹੁਣ ਉਹਨਾਂ ਨੂੰ ਗਰਾਊਂਡ ਰਿਪੋਰਟ ਕਿਤੋਂ ਨਹੀਂ ਮਿਲ ਰਹੀ। ਤਾਂ ਹਰ ਵਿਰੋਧੀ ਪਾਰਟੀ ਅਤੇ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਨਾਲ ਬਦਤਮੀਜ਼ੀ ਅਤੇ ਉਹਨਾਂ ਨੂੰ ਫਿਰ ਕੈਦ ਕਰ ਲੈਣਾ। ਕਿ ਇਹ ਉਹਨਾਂ ਨੂੰ ਕੈਦ ਕੀਤਾ ਜਾ ਰਿਹਾ ਜਾਂ ਫਿਰ ਇੱਕ ਆਜ਼ਾਦ ਆਵਾਜ਼ ਨੂੰ ਕੈਦ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਸਾਡੇ ਵਿਰੁੱਧ ਉੱਠੀ ਆਵਾਜ਼ ਨੂੰ ਅਸੀਂ ਇਸੇ ਤਰ੍ਹਾਂ ਹੀ ਦਬਾ ਦੇਵਾਂਗੇ। ਜੇਕਰ ਵੱਡੇ ਬੰਦਿਆਂ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਕੋਈ ਆਮ ਵਿਅਕਤੀ, ਛੋਟਾ-ਮੋਟਾ ਬੰਦਾ ਤਾਂ ਸਾਹਮਣੇ ਖੜੇ ਹੋਣ ਦੀ ਕੋਸ਼ਿਸ਼ ਹੀ ਨਹੀਂ ਕਰੇਗਾ, ਕਿਉਂਕਿ ਜੇਕਰ ਉਸ ਨੂੰ ਦਬਾ ਦਿੱਤਾ ਗਿਆ ਕੋਈ ਬਚਾਉਣ ਵੀ ਨਹੀਂ ਆਉਣ ਵਾਲਾ। ਅਜਿਹਾ ਡਰ ਕਾਇਮ ਕਰਨ ਦੀ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦਰਅਸਲ ਇਹ ਵਿਰੋਧੀ ਪਾਰਟੀਆਂ ਨੂੰ ਨਹੀਂ ਅਤੇ ਵਿਰੋਧ ਦੀ ਆਵਾਜ਼ ਨੂੰ ਹੀ ਦਬਾਇਆ ਜਾ ਰਿਹਾ ਹੈ। ਇਹ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਵੱਲੋਂ ਸਾਫ਼ ਤੌਰ ਤੇ ਮਨਾ ਕਰ ਦਿੱਤਾ ਗਿਆ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ। ਪੋਸਟਮਾਰਟਮ ਦੀ ਰਿਪੋਰਟ ਪਹਿਲਾਂ ਸਾਨੂੰ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ FIR ਦੀ ਕਾਪੀ ਸਾਨੂੰ ਮਿਲੇ। ਉਸ ਤੋਂ ਬਾਅਦ ਹੀ ਉਹ ਸੋਚਣਗੇ ਕਿ ਅਸੀਂ ਇਹਨਾਂ ਦਾ ਸੰਸਕਾਰ ਕਰਨਾ ਹੈ, ਮ੍ਰਿਤਕ ਪਰਿਵਾਰਕ ਮੈਂਬਰਾਂ ਦਾ, ਜਾਂ ਫਿਰ ਨਹੀਂ। ਦੱਸ ਦਈਏ ਤੁਹਾਨੂੰ ਕਿ ਇਸ ਮਾਮਲੇ ਦੇ ਵਿੱਚ 3 ਰਿਪੋਰਟਾਂ, 3 ਗੱਲਾਂ ਮੁੱਖ ਤੌਰ ਤੇ ਸਾਹਮਣੇ ਆਈਆਂ ਨੇ। ਪੋਸਟਮਾਰਟਮ ਗੁਰਿੰਦਰ ਸਿੰਘ ਦਾ
ਕੀਤਾ ਗਿਆ ਅਤੇ ਉਸ ਦੀ ਰਿਪੋਰਟ ਆ ਚੁੱਕੀ ਹੈ। ਗੁਰਿੰਦਰ ਸਿੰਘ, ਜੇਕਰ ਤੁਹਾਨੂੰ ਯਾਦ ਹੋਵੇ ਤਾਂ ਉਹ ਕਿਸਾਨ ਸ਼ਹੀਦ ਹੋਏ ਸਨ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਗੁਰਿੰਦਰ ਸਿੰਘ ਦੀ ਮੌਤ ਗੋਲੀ ਲੱਗਣ ਤੋਂ ਬਾਅਦ ਹੋਈ ਹੈ। ਪਰ ਜਦੋਂ ਇਹ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਵਿੱਚ ਦਿਖਾਇਆ ਗਿਆ, ਦੱਸਿਆ ਜਾ ਰਿਹਾ ਹੈ ਕਿ ਐਕਸੀਡੈਂਟ ਹੋਇਆ। ਇਹ ਸਾਰੀ ਗੱਲਬਾਤ ਨੂੰ ਦੇਖਦੇ ਹੋਏ ਉਹ ਸੀਨ, ਉਹ ਕਿੱਸਾ ਯਾਦ ਆ ਜਾਂਦਾ ਹੈ ਜਦੋਂ 26 ਜਨਵਰੀ ਨੂੰ ਨਵਰੀਤ ਦੀ ਟਰੈਕਟਰ ਪਲਟਣ ਤੋਂ ਬਾਅਦ ਮੌਤ ਹੋਈ ਸੀ। ਖੈਰ, ਸੱਚ ਸਾਹਮਣੇ ਕਦੋਂ ਆਵੇਗਾ ਦੇਖਣਾ ਹੋਵੇਗਾ, ਪਰ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਸੰਸਕਾਰ ਕਰ ਦੇਣ। ਦੂਸਰੀ ਖਬਰ, ਨੌਜਵਾਨ ਕਿਸਾਨ ਲਵਪ੍ਰੀਤ, ਜਿਸ ਦੀ ਉਮਰ 18 ਤੋਂ 19 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ, ਪਰਿਵਾਰ ਸਦਮੇ ਦੇ ਵਿੱਚ ਹੈ ਤੇ ਦੋ ਭੈਣਾਂ ਨੇ ਲਵਪ੍ਰੀਤ ਸਿੰਘ ਦੀਆਂ। ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਪੈਸਾ ਨਹੀਂ, ਇਨਸਾਫ ਚਾਹੀਦਾ ਹੈ। ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਆਪਣੇ ਮੁੰਡੇ ਦਾ ਸੰਸਕਾਰ ਨਹੀਂ ਕਰਾਂਗੇ ਅਤੇ ਇਸ ਮਾਮਲੇ ਦੇ ਵਿੱਚ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਹਲੇ ਲਵਪ੍ਰੀਤ ਸਿੰਘ ਦੀ ਨਹੀਂ ਆਈ ਹੈ। ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ ਪਰਿਵਾਰ ਦੇ ਵੱਲੋਂ। FIR ਦੀ ਕਾਪੀ ਤੱਕ ਨਹੀਂ ਮਿਲੀ ਪਰਿਵਾਰ ਨੂੰ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਕਿਵੇਂ ਮਿਲੇਗਾ। ਇਸ ਤੋਂ ਬਾਅਦ ਇੱਕ ਹੋਰ ਚਸ਼ਮਦੀਦ ਕਰਮਜੀਤ ਸਿੰਘ ਦੇ ਵੱਲੋਂ ਦੱਸਿਆ ਗਿਆ, ਜੋ ਕਿ ਗੰਗਾ ਨਗਰ ਤੋਂ ਕਿਸਾਨ ਨੇ। ਉਹਨਾਂ ਨੇ ਦੱਸਿਆ ਕਿ 3:30 ਵਜੇ ਦੇ ਕਰੀਬ ਤਕਰੀਬਨ 60 ਦੀ ਸਪੀਡ ਤੋਂ ਉੱਪਰ ਦੀ ਗੱਡੀ ਆਉਂਦੀ ਹੈ ਤੇ ਕਿਸਾਨਾਂ ਨੂੰ ਦੱਬ ਕੇ ਚਲੀ ਜਾਂਦੀ ਹੈ। ਉਹਨਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਉਸ ਸਮੇਂ ਗੋਲੀ ਵੀ ਚਲਾਈ ਗਈ ਸੀ ਅਤੇ ਪਿੱਛੋਂ ਪੁਲਿਸ ਗਈ ਸੀ ਉਸ ਵਿਅਕਤੀ ਦੇ ਕੋਲ ਜਿਨੇ ਗੱਡੀ ਦੇ ਰਾਹੀਂ ਕਿਸਾਨਾਂ ਨੂੰ ਦੱਬਿਆ ਸੀ, ਪਰ ਉਹ ਉੱਥੋਂ ਭੱਜ ਨਿਕਲਿਆ। ਸਾਡਾ ਸੰਸਕਾਰ ਕਰਨ ਦੇ ਲਈ ਪਰਿਵਾਰਕ ਮੈਂਬਰਾਂ ਨੇ ਮਨਾ ਕੀਤਾ ਅਤੇ ਮੰਗ ਕੀਤੀ ਪੋਸਟਮਾਰਟਮ ਰਿਪੋਰਟ ਦੀ ਅਤੇ ਕਿਹਾ ਗਿਆ ਕਿ ਸਾਨੂੰ FIR ਦੀ ਕਾਪੀ ਦਿਵੋ। ਲਵਪ੍ਰੀਤ ਦੇ ਪਰਿਵਾਰ ਨੂੰ ਉਹ ਨਹੀਂ ਮਿਲੀ। ਦੂਸਰੇ ਪਾਸੇ ਗੁਰਿੰਦਰ ਸਿੰਘ ਦੇ ਪਰਿਵਾਰ ਨੂੰ ਜੇਕਰ ਪੋਸਟਮਾਰਟਮ ਦੀ ਰਿਪੋਰਟ ਮਿਲ ਵੀ ਗਈ ਹੈ ਤਾਂ ਉਸ ਦੇ ਵਿੱਚ ਇਸ ਨੂੰ ਐਕਸੀਡੈਂਟ ਕਰਾਰ ਦਿੱਤਾ ਗਿਆ, ਜਦੋਂ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਇਹ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ, ਤਾਂ ਫਿਰ ਮੈਡੀਕਲ ਜਿਹੜਾ ਗਰੁੱਪ ਸੀ ਉਸ ਨੂੰ ਕਿਉਂ ਨਹੀਂ ਦਿਖਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਪੋਸਟਮਾਰਟਮ ਜ਼ਰੂਰ ਕਰਵਾਵਾਂਗੇ ਅਤੇ ਦਿੱਲੀ ਤੋਂ ਕਰਵਾਵਾਂਗੇ।